हाँ बेटा, अपना ਜਿਹੜਾ ਟੌਪਿਕ ਹੈ ਅੱਜ ਦਾ ਉਹ ਹੈ ਅਨਲਾਈਟਨਮੈਂਟ। ਅਨਲਾਈਟਨਮੈਂਟ ਦਾ ਮਤਲਬ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਇਹ ਦੋ ਸ਼ਬਦਾਂ ਦਾ ਥੋੜਾ ਜਿਹਾ ਮੀਨਿੰਗ ਨੂੰ ਸਮਝ ਲੈਣਾ। ਅਸੀਂ ਇੱਕ ਕਿਹਾ ਸੀਗਾ ਰੈਨੇਸਾਂ ਯਾਨੀ ਪੁਨਰ ਜਾਗਰਣ, ਜਾਗਣਾ। ਅਨਲਾਈਟਨਮੈਂਟ ਦਾ ਮਤਲਬ ਹੁੰਦਾ ਕਿ ਉਸ ਦੀ ਸਮਝ ਆ ਜਾਣਾ, ਪ੍ਰਬੁੱਧ ਹੋ ਜਾਣਾ। ਦੈਟ ਇਜ਼ ਅਨਲਾਈਟਨਮੈਂਟ, ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਰੋਸ਼ਨੀ ਹੋ ਗਈ। ਦੈਟ ਇਜ਼ ਅ ਬੇਸਿਕ ਪਰਪਸ ਆਫ ਅਨਲਾਈਟਨਮੈਂਟ। ਤੇ ਉਸ ਅਨਲਾਈਟਨਮੈਂਟ ਨੂੰ ਜਿਹੜਾ ਹੈ ਅਸੀਂ ਹਿਸਟਰੀ ਦੇ ਵਿੱਚ ਬੇਟਾ ਕਿੱਦਾਂ ਦੇਖਦੇ ਹਾਂ। ਹਿਸਟਰੀ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਲਈ ਤਿੰਨ ਸ਼ਬਦ ਇਸਤੇਮਾਲ ਕੀਤੇ ਈ ਸ਼੍ਰੀਧਰਨ ਨੇ। ਇੱਕ ਹੈ ਸਾਇੰਟੀਫਿਕ ਰੈਵੋਲੂਸ਼ਨ, ਵਿਗਿਆਨਿਕ ਜਿਹੜੀ ਕ੍ਰਾਂਤੀ ਹੈ, ਯਾਨੀ ਐਕਸਪੈਰੀਮੈਂਟਸ ਦੇ ਥਰੂ ਇਹ ਪ੍ਰੂਵ ਕਰ ਦੇਣਾ ਕਿ ਦਿਸ ਇਜ਼ ਦਾ ਟਰੁਥ ਐਂਡ ਦਿਸ ਇਜ਼ ਫਾਲਸ। ਜਿਹੜੀ ਚੀਜ਼ ਸਾਬਿਤ ਹੋ ਜਾਏ ਉਹ ਸੱਚਾਈ, ਔਰ ਜਿਹੜੀ ਚੀਜ਼ ਸਾਬਿਤ ਨਾ ਹੋ ਸਕੇ ਉਹ ਗਲਤ ਸਾਬਿਤ ਮੰਨੀ ਜਾਂਦੀ ਸੀ। ਦੂਸਰਾ ਹੈ ਕਿ ਫੇਥ ਇਨ ਰੀਜ਼ਨ, ਤਰਕ ਦੇ ਵਿੱਚ ਵਿਸ਼ਵਾਸ। ਜਿਸ ਤਰ੍ਹਾਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵਾਈ ਇਜ਼ ਅ ਵੈਰੀ ਇੰਪੋਰਟੈਂਟ ਵਰਡ। ਮੈਂ ਕਾਰਨ ਦੇ ਵਿੱਚ ਜਿੰਨਾ ਜਾਣਾ ਓਨਾ ਮੇਰਾ ਵਿਸ਼ਵਾਸ ਜਿਹੜਾ ਹੈ ਉਹ ਪੱਕਾ ਹੋ ਜਾਂਦਾ ਹੈ, ਅਤੇ ਕਾਰਨ ਲੱਭਣਾ ਹੀ ਸਭ ਤੋਂ ਵੱਡੀ ਵਿਗਿਆਨਿਕ ਸੱਚਾਈ ਮੰਨਿਆ ਗਿਆ। ਜਿਵੇਂ ਅਸੀਂ ਨਿਊਟਨ ਦਾ ਕਹਿੰਦਾ ਕਿ ਸੇਬ ਗਿਰਿਆ ਤਾਂ ਉਹਨੇ ਉਹਦਾ ਕਾਰਨ ਲੱਭਿਆ ਵੀ ਗਿਰਿਆ ਕਿਉਂ। ਇਹ ਨਹੀਂ ਕਿ ਵੀ ਗਿਰਿਆ ਤਾਂ ਠੀਕ ਹੈ, ਨਹੀਂ ਹੈ ਤਾਂ ਨਹੀਂ ਹੈ, ਕੋਈ ਗੱਲ ਨਹੀਂ। ਨੋ, ਵਾਈ ਇਟ ਹੈਜ਼ ਹੈਪਨਡ ਸੋ। ਉਹ ਜਿਹੜਾ ਕਾਰਨ ਲੱਭਿਆ ਉਹਨੇ ਦੁਨੀਆ ਦੀਆਂ ਸਾਰੀਆਂ ਅਵਿਸ਼ਕਾਰ ਜਿਹੜੀਆਂ ਬਾਅਦ 'ਚ ਹੋਈਆਂ ਉਹਦਾ ਨਕਸ਼ਾ ਬਦਲਤਾ। ਹੁਣ ਜਿਹੜਾ ਸਾਡਾ ਸੈਟੇਲਾਈਟ ਉੱਪਰ ਜਾਂਦਾ ਹੈ ਉਹ ਇੰਨੀ ਸਪੀਡ ਨਾਲ ਜਾਂਦਾ ਹੈ ਕਿ ਧਰਤੀ ਉਹਨੂੰ ਖਿੱਚ ਨਾ ਸਕੇ, ਅਦਰਵਾਈਜ਼ ਤਾਂ ਧਰਤੀ ਖਿੱਚ ਲੇਗੀ ਤਾਂ ਗਿਰ ਜਾਏਗਾ। ਤਾਂ ਉਹ ਲਾ ਕਿੱਥੋਂ ਦੀ ਬਣਨਾ ਸ਼ੁਰੂ ਹੋਇਆ? ਜਦੋਂ ਨਿਊਟਨ ਨੇ ਇਸ ਗੱਲ ਦੇ ਉੱਤੇ ਤਰਕ ਦਿੱਤਾ ਕਿ ਜਿਹੜੀ ਚੀਜ਼ ਹੈ ਉਹ ਧਰਤੀ ਖਿੱਚਦੀ ਹੈ ਅਤੇ ਸਾਨੂੰ ਉਹਦੀ ਖਿੱਚ ਤੋਂ ਬਾਹਰ ਜਾਣ ਦੇ ਲਈ ਉਹਨੀ ਜ਼ੋਰ ਲਾਉਣਾ ਪਏਗਾ। ਤੁਸੀਂ ਗੇਂਦ ਉੱਤੇ ਸਿੱਟੋ, ਜਾਂਦੀ ਹੈ ਨਾ, ਲੇਕਿਨ ਕੁਝ ਦੂਰ ਤੋਂ ਬਾਅਦ ਨੀਚੇ ਆ ਜਾਂਦੀ ਹੈ ਕਿਉਂਕਿ ਤੁਹਾਡਾ ਜ਼ੋਰ ਉੱਥੇ ਤੱਕ ਜਾ ਕੇ ਖਤਮ ਹੋ ਜਾਂਦਾ, ਧਰਤੀ ਦਾ ਜ਼ੋਰ ਫੜ ਲੈਂਦਾ। ਜੋ ਇੰਨੀ ਸਪੀਡ ਨਾਲ ਮਾਰੋ ਕਿ ਜਿੱਥੇ ਤੱਕ ਧਰਤੀ ਦਾ ਇਨਫਲੂਐਂਸ ਹੈ ਉਹ ਉਸ ਤੋਂ ਅੱਗੇ ਨਿਕਲ ਜਾਏ, ਫਿਰ ਉਹ ਵਾਪਸ ਨਹੀਂ ਆਏਗੀ। ਦੈਟ ਇਜ਼ ਦਾ ਸੋਰਸ ਉਹ ਫੇਥ ਇਨ ਰੀਜ਼ਨ। ਤੀਜਾ ਹੈ ਬੇਟਾ ਕਿ ਜਿਹੜਾ ਉਹਦੇ ਨਾਲ ਜੋੜਿਆ ਗਿਆ ਇੰਟਲੈਕਚੁਅਲ ਰੈਵੋਲੂਸ਼ਨ। ਇੰਟਲੈਕਚੁਅਲ ਮੈਨੇ ਬੌਧਿਕ, ਪੜ੍ਹੇ ਲਿਖਿਆਂ ਦਾ ਕ੍ਰਾਂਤੀ। ਉਹਨਾਂ ਦੀ ਜੀਵਨ ਸ਼ੈਲੀ, ਸੋਚਣ ਸ਼ੈਲੀ ਦੇ ਵਿੱਚ ਜਿਹੜਾ ਪਰਿਵਰਤਨ ਆਇਆ, ਉਹਨੇ ਇੱਕ ਨਵਾਂ ਵਿਜੇਤਾ ਮਾਹੌਲ ਇਨਸਾਨ ਦੇ ਲਈ ਉਸ ਸਮੇਂ ਦੇ ਵਿੱਚ ਪੈਦਾ ਕੀਤਾ, ਜਿਸ ਨੂੰ ਅਸੀਂ ਅਨਲਾਈਟਨਮੈਂਟ ਜਿਹੜੀ ਹੈਗੀ ਹੈ ਉਹ ਕਹਿ ਦਿੰਦੇ ਹਾਂ। ਇਹ ਤਿੰਨ ਸ਼ਬਦਾਂ ਦੇ ਇਰਦ ਗਿਰਦ ਪੂਰਾ ਮਨੁੱਖ ਔਰ ਉਸ ਵੇਲੇ ਦੇ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਘੁੰਮਣੀਆਂ ਸਟਾਰਟ ਹੋਈਆਂ। ਪਰ ਇਹ ਆਇਆ ਕਿੱਦਾਂ? ਅਨਲਾਈਟਨਮੈਂਟ ਦੇ ਜਿਹੜੇ ਕਾਜ਼ਿਸ ਕੀ ਨੇ, ਉਹਦੇ ਰੀਜ਼ਨਸ ਕੀ ਨੇ, ਉਹਦੀ ਬੈਕਗਰਾਊਂਡ ਕੀ ਹੈ, ਉਹਦੇ ਵਿੱਚ ਅਸੀਂ ਬਹੁਤ ਕੁਝ ਪਹਿਲਾਂ ਪੜ੍ਹਿਆ ਹੈ। ਉਹਨੂੰ ਮੈਂ ਬੜਾ ਕਿਊਕਲੀ ਕਰੂੰਗਾ, ਜਿਹੜੇ ਕੁਝ ਨਵੇਂ ਪੁਆਇੰਟਸ ਹੋਣਗੇ ਉਹ ਐਕਸਪਲੇਨ ਕਰੂੰਗਾ। ਬੇਸਿਕ ਰੀਜ਼ਨ ਕਿੱਥੋਂ ਸ਼ੁਰੂ ਹੁੰਦਾ ਹੈ? ਰਿਵੋਲਟ ਅਗੇਂਸਟ ਰਿਲੀਜਨ। ਜਿਹੜਾ ਬੇਟਾ ਧਰਮ ਹੈ ਉਹਨੂੰ ਸਮਝਣਾ ਬੜਾ ਸੌਖਾ ਵੀ ਹੈ ਅਤੇ ਬੜਾ ਔਖਾ ਵੀ ਹੈ, ਦੋਨੋਂ ਹੀ ਚੀਜ਼ਾਂ ਹੈ। ਕਿਉਂਕਿ ਧਰਮ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬੜੇ ਸਿੰਪਲ ਢੰਗ ਦੇ ਨਾਲ ਸਮਝਾ ਜਾਂਦਾ ਹੈ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੋ ਜਾਂਦੀਆਂ ਅਤੇ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਤੁਸੀਂ ਨੋਟ ਕਰੋ ਕਿ ਤੁਸੀਂ ਦਿਨ ਦੇ ਵਿੱਚ ਕਈ ਚੀਜ਼ਾਂ ਐਸੀਆਂ ਕਰਦੇ ਹੋ ਜਿਹੜੀਆਂ ਤੁਹਾਨੂੰ ਤੁਹਾਡੇ ਧਰਮ ਨੇ ਕਹੀਆਂ ਵੀ ਤੁਸੀਂ ਕਰੋ। ਕਰਦੇ ਹੋ ਕਿ ਨਹੀਂ? ਕੁਛ ਨਾ ਕੁਛ ਐਸਾ ਕਰਦੇ ਹੋ, ਔਰ ਉਸ ਨੂੰ ਕਰਨ ਲੱਗੇ ਤੁਸੀਂ ਜਰਾ ਵੀ ਟਸ ਤੋਂ ਮਸ ਨਹੀਂ ਹੁੰਦੇ। ਐਂ ਕਰਦੇ ਹੋ ਵੀ ਜਿਵੇਂ ਕੁਝ ਜੇ ਮੈਂ ਨਾ ਕੀਤਾ ਤਾਂ ਪਤਾ ਨਹੀਂ ਕੀ ਕੁਛ ਹੋ ਜਾਊ। ਦਿਸ ਇਜ਼ ਦਾ ਬਿਊਟੀ ਆਫ ਰਿਲੀਜਨ। ਜਿਵੇਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਪੀਪਲ ਜਿਹੜਾ ਹੈ ਉਹ ਬਹੁਤ ਆਕਸੀਜਨ ਦਿੰਦਾ ਹੈ, ਸਭ ਤੋਂ ਵੱਧ ਆਕਸੀਜਨ ਦਿੰਦਾ ਹੈ। ਤਾਂ ਪੁਰਾਣੇ ਸਮੇਂ 'ਚ ਲੋਕਾਂ ਨੇ ਕੀ ਕਿਹਾ ਵੀ ਪੀਪਲ ਨਾ ਕੱਟੋ, ਅਤੇ ਲੋਕਾਂ ਨੇ ਹਟੇ ਹੀ ਨਹੀਂ, ਜਿਹਦਾ ਬਸ ਚੱਲੇ। ਅਤੇ ਉਹ ਕਹਿੰਦੇ ਵੀ ਜਿਹੜੀ ਆਕਸੀਜਨ ਦੇ ਨਾਲ ਸਾਡਾ ਵਾਤਾਵਰਨ ਸ਼ੁੱਧ ਰਹਿੰਦਾ ਹੈ, ਮਨੁੱਖ ਨੂੰ ਫਾਇਦਾ ਹੈ, ਜੀਵ ਜੰਤੂਆਂ ਨੂੰ ਫਾਇਦਾ ਹੈ, ਉਹ ਆਕਸੀਜਨ ਪੱਲੇ ਪਲਾਂਟ ਅੱਜ ਕੱਲ੍ਹ ਸਾਰੀ ਦੁਨੀਆ ਕਹਿਣ ਲੱਗੀ ਨਾ ਲਾਓ। ਅਤੇ ਉਹਨਾਂ ਨੇ ਕੀ ਕਹਿਤਾ ਵੀ ਜਿਹੜਾ ਪੀਪਲ ਨੂੰ ਕੱਟੂਗਾ ਉਹਨੂੰ ਪਾਪ ਲੱਗੂ। ਅਤੇ ਤੁਸੀਂ ਦੇਖ ਲਓ ਵੀ ਲੋਕੀ ਪੀਪਲ ਨਹੀਂ ਕੱਟਦੇ। ਕੱਟਦੇ ਆ ਛੇਤੀ, ਕੋਈ ਕੱਟਦਾ ਨਹੀਂ। ਪਰਪਸ ਕੀ ਸੀਗਾ? ਆਕਸੀਜਨ। ਪਰਪਸ ਇੱਕ ਬ੍ਰਿਕਸ਼ ਨਹੀਂ ਸੀ, ਪਰਪਸ ਉਹਦੀ ਯੂਟਿਲਿਟੀ ਸੀ, ਉਹਦੀ ਯੂਜ਼ਫੁਲਨੈਸ ਸੀ। ਲੇਕਿਨ ਲੋਕਾਂ ਨੂੰ ਜਦੋਂ ਕਿਹਾ ਵੀ ਧਰਮ ਦੇ ਉੱਤੇ ਕਿਹਾ ਵੀ ਇਹ ਇੱਦਾਂ ਕਰੋਗੇ ਤਾਂ ਧਾਰਮਿਕ ਨਹੀਂ ਰਹਿਣਾ, ਪਾਪ ਲੱਗੂ, ਤਾਂ ਲੋਕੀ ਕਹਿੰਦੇ ਵੀ ਠੀਕ ਹੈ ਜੀ ਅਸੀਂ ਨਹੀਂ ਕੱਟਦੇ, ਔਰ ਉਹਦੀਆਂ ਜੜ੍ਹਾਂ ਫੈਲਦੀਆਂ ਰਹਿੰਦੀਆਂ, ਲੋਕੀ ਹੱਥ ਨਹੀਂ ਲਾਉਂਦੇ, ਉਹਨੂੰ ਪੱਤਾ ਤੱਕ ਨਹੀਂ ਤੋੜਦੇ। ਦਿਸ ਇਜ਼ ਦਾ ਬਿਊਟੀ ਆਫ ਰਿਲੀਜਨ। ਲੇਕਿਨ
ਉਹਦਾ ਇੱਕ ਦੂਜਾ ਪਹਿਲੂ ਵੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਬਿਨਾਂ ਸਮਝੇ, ਉਹਦੀ ਯੂਟਿਲਿਟੀ ਨੂੰ ਸਮਝੇ, ਉਹਦੇ ਫਾਇਦੇ ਨੂੰ ਸਮਝੇ, ਉਹਦੇ ਤਰਕ ਨੂੰ ਸਮਝੇ ਅਪਣਾਵਾਂਗੇ, ਉਹ ਅੰਧ ਵਿਸ਼ਵਾਸ ਬਣ ਜਾਏਗਾ। ਔਰ ਅੰਧ ਵਿਸ਼ਵਾਸ ਅੱਗੋਂ ਵੱਧਦਾ ਚਲਾ ਜਾਂਦਾ ਹੈ ਔਰ ਉਹ ਸਾਨੂੰ ਅਸਲੀਅਤ ਤੋਂ ਦੂਰ ਕਰ ਲੈਂਦਾ ਹੈ। ਜਿਵੇਂ ਮੰਨ ਲਓ ਤੁਸੀਂ ਕੱਲ੍ਹ ਨੂੰ ਸ਼ੁਰੂ ਕਰ ਦੋ ਵੀ ਜੀ ਆਹ ਵਾਲਾ ਬ੍ਰਿਕਸ਼ ਨੂੰ ਵੀ ਨਹੀਂ ਕੱਟਣਾ, ਇਹਨੂੰ ਵੀ ਨਹੀਂ ਕੱਟਣਾ, ਉਹ ਭਾਈ ਤਰਕ ਤਾਂ ਸਮਝਿਆ ਹੀ ਨਹੀਂ। ਹੁਣ ਕੰਢਿਆਂ ਵਾਲਾ ਬ੍ਰਿਕਸ਼ ਕਿਉਂ ਨਾ ਕੱਟਿਆ ਜਾਏ, ਕੰਢੇ ਕਿਉਂ ਨਾ ਖਤਮ ਕੀਤੇ ਜਾਣ, ਜਿਹੜੀ ਨਸ਼ੀਲੇ ਪਦਾਰਥਾਂ ਵਾਲੀਆਂ ਜੜੀਆਂ ਬੂਟੀਆਂ ਨੇ ਉਹ ਕਿਉਂ ਨਾ ਖਤਮ ਕੀਤੀਆਂ ਜਾਣ। ਸੋ ਦਿਸ ਇਜ਼ ਦਾ ਅਨਦਰ ਸਾਈਡ ਆਫ ਦਾ ਰਿਲੀਜਨ। ਪਰ ਜਦੋਂ ਇਸ ਧਰਮ ਦੇ ਉੱਤੇ ਅੰਧ ਵਿਸ਼ਵਾਸ ਹਾਵੀ ਹੋ ਜਾਂਦੇ ਆ ਦੈਨ ਤੇ ਲੋਕਾਂ ਦਾ ਧਰਮ ਵਿੱਚੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਂਦਾ। ਦੈਟ ਇਜ਼ ਵਾਈ ਪੀਪਲ ਸਟਾਰਟ ਰਿਵੋਲਟਿੰਗ। ਇਸੇ ਕਰਕੇ ਤਾਂ ਪ੍ਰੋਟੈਸਟੈਂਟ ਪੈਦਾ ਹੋਇਆ। ਉਹ ਕਹਿੰਦਾ ਵੀ ਹੋ ਕੀ ਰਿਹਾ, ਇਹ ਤਾਂ ਅਸਲੀਅਤ ਨਹੀਂ ਹੈ, ਇਹ ਤਾਂ ਸੱਚਾਈ ਨਹੀਂ ਹੈ। ਦੈਟ ਇਜ਼ ਵਾਈ ਦੇ ਸਟਾਰਟਡ ਪ੍ਰੋਟੈਸਟਿੰਗ। ਉਹ ਕਹਿੰਦੇ ਇਹ 'ਚ ਵੈਲਿਊਜ਼ ਖਤਮ ਹੋ ਗਈਆਂ, ਇਹ ਸਾਨੂੰ ਪਿਛੇਕੜ ਵਾਲੇ ਪਿਛਾਂ ਪਾਸੇ ਲੈ ਜਾ ਰਿਹਾ। ਦੁਨੀਆ ਕਿਤੇ ਜਾ ਰਹੀ, ਅਸੀਂ ਪਿੱਛੇ ਨੂੰ ਜਾ ਰਹੇ। ਕਿਉਂਕਿ ਮਨੁੱਖ ਨੂੰ ਦੇਖੋ ਇੱਕ ਗੱਲ ਨੂੰ ਰੋਜ਼ ਸਮਝਣ ਦੀ ਲੋੜ ਹੈਗੀ ਹੈ ਕਿ ਅਗਾਂਹ ਜਿਹੜੀ ਸੋਚ ਕੀ ਹੁੰਦੀ ਹੈ, ਪਿਛਾਂ ਵਾਲੀ ਸੋਚ ਕੀ ਹੁੰਦੀ ਹੈ, ਉਹ 'ਚ ਵੀ ਅੰਤਰ ਹੁੰਦਾ, ਉਹਨੂੰ ਸਮਝਣ ਦੀ ਲੋੜ ਹੈ। ਲੇਕਿਨ ਇੱਕ ਛੋਟੇ ਔਰ ਮੋਟੇ ਤੌਰ ਦੇ ਉੱਤੇ ਅਗਰ ਅਸੀਂ ਸਮਝਣਾ ਹੋਏ ਕਿ ਜਿਹਦੇ ਨਾਲ ਸਾਡੇ ਦਿਮਾਗ ਖੁੱਲ੍ਹਣ ਔਰ ਸਾਡੀ ਤਰੱਕੀ ਹੋਵੇ ਤੇ ਨਾਲ ਪੂਰੀ ਮਾਨਵਤਾ ਦੀ ਤਰੱਕੀ ਹੋਵੇ, ਉਹ ਅਗਾਂਹ ਵਧੂ ਸੋਚ ਹੈ। ਜਿਹਦੇ ਨਾਲ ਸਾਡੀ ਸੋਚ ਸੰਕੀਰਨ ਹੋਵੇ, ਅਸੀਂ ਵੀ ਪਿੱਛੇ ਜਾਈਏ, ਮਾਨਵਤਾ ਵੀ ਪਿੱਛੇ ਜਾਏ, ਉਹ ਪਿਛਾਂ ਹਟੂ ਸੋਚ ਹੈ। ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਲ ਹੁੰਦੀਆਂ। ਅਸੀਂ ਅੱਜ ਦੇ ਯੁੱਗ ਦੇ ਵਿੱਚ ਕਹੀਏ ਵੀ ਕਾਰਾਂ ਛੱਡ ਦਿਓ, ਸਕੂਟਰ ਛੱਡ ਦਿਓ, ਹਵਾਈ ਜਹਾਜ਼ ਛੱਡ ਦਿਓ, ਇਹ ਪਿਛਾਂ ਵਧੂ ਸੋਚ ਹੈ। ਟੈਕਨੋਲੋਜੀ ਨੂੰ ਐਡਵਾਂਸਮੈਂਟ ਹੋਣ 'ਚ ਕੋਈ ਦਿੱਕਤ ਨਹੀਂ ਹੈ, ਲੇਕਿਨ ਟੈਕਨੋਲੋਜੀ ਦਾ ਲਾਭ ਕੀ ਅਸੀਂ ਆਪਣੇ ਸਵਾਰਥ ਲਈ ਕਰ ਰਹੇ ਹਾਂ ਜਾਂ ਪੂਰੀ ਮਾਨਵਤਾ ਲਈ ਕਰ ਰਹੇ ਹਾਂ? ਦਿਸ ਇਜ਼ ਦਾ ਓਨਲੀ ਕੁਐਸਚਨ। ਜਿਹਨੂੰ ਇਹ ਸਮਝ ਆ ਗਈ ਉਹ ਐਨਲਾਈਟਨਮੈਂਟ ਹੈ। ਗੁਰੂ ਨਾਨਕ ਨੂੰ ਇਹ ਸਮਝ ਆ ਗਈ ਸੀ, ਇਸ ਕਰਕੇ ਗੁਰੂ ਨਾਨਕ ਦਾ ਮਾਈਂਡ ਓਪਨ ਸੀ। ਹਾਲਾਂਕਿ ਉਸ ਜ਼ਮਾਨੇ 'ਚ ਲੋਕ ਕਹਿੰਦੇ ਸੀ ਵੀ ਦੂਰ ਨਹੀਂ ਜਾਣਾ, ਤੇ ਗੁਰੂ ਨਾਨਕ ਆਪਣੇ ਸਮੇਂ ਦੇ ਵਿੱਚ ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਯਾਤਰਾਵਾਂ ਕਰਨ ਵਾਲੇ, ਉਦਾਸੀਆਂ ਕਰਨ ਵਾਲੇ ਸੰਤ ਨੇ। ਕੋਈ ਵਪਾਰੀ ਨਹੀਂ ਸੀ ਉਹਨਾਂ ਕਰਦਾ। ਬਟ ਹੀ ਟਰੈਵਲਡ ਫਰਮ ਬਗਦਾਦ ਟੂ ਅਸਾਮ, ਫਰਮ ਤਿੱਬਤ ਟੂ ਸ਼੍ਰੀਲੰਕਾ, ਕਿਉਂਕਿ ਐਨਲਾਈਟਨਮੈਂਟ ਆਈ ਹੋਈ ਸੀ। ਜਾਗਰੂਕ ਸੀਗੇ, ਪ੍ਰਬੁੱਧ ਸੀਗੇ। ਇਹ ਜਦੋਂ ਚੀਜ਼ ਸਾਨੂੰ ਪਿੱਛੇ ਲੈ ਜਾਂਦੀ ਹੈ ਫਿਰ ਉਹਦੇ ਅਗੇਂਸਟ ਰਿਵੋਲਟ ਹੁੰਦਾ। ਉਹ ਕਹਿੰਦੇ ਸਾਨੂੰ ਦਬਾਇਆ ਜਾ ਰਿਹਾ। ਜਿਵੇਂ ਅਸੀਂ ਵੀ ਕਈ ਵਾਰੀ ਸੁਣਦੇ ਹਾਂ ਕਿ ਸਾਨੂੰ ਧਰਮ ਦੇ ਨਾਂ ਤੇ ਕਿਹਾ ਜਾਂਦਾ ਵੀ ਇੱਦਾਂ ਕਰੋ, ਇੱਦਾਂ ਕਰੋ, ਇੱਦਾਂ ਕਰੋ। ਹੂ ਇਜ਼ ਟੂ ਸੇ? ਮੈਂ ਹਰ ਵਿਅਕਤੀ ਦੀ ਮੁਕਤੀ ਔਰ ਮੋਕਸ਼ ਦਾ ਆਪਣਾ ਹੈ, ਲੇਕਿਨ ਉਹਨੇ ਇਹ ਦੇਖਣਾ ਕਿ ਮੇਰੇ ਕੰਮਾਂ ਨਾਲ ਮੇਰੇ ਸਮਾਜ ਨੂੰ, ਮਾਨਵਤਾ ਨੂੰ ਨੁਕਸਾਨ ਤਾਂ ਨਹੀਂ ਹੋ ਰਿਹਾ। ਦਿਸ ਇਜ਼ ਦਾ ਓਨਲੀ ਕੁਐਸਚਨ। ਜਿਹਨੂੰ ਇਹ ਸਮਝ ਆ ਗਈ ਉਹ ਪ੍ਰਬੁੱਧ ਹੋ ਗਿਆ। ਜਿਹੜੀਆਂ ਚੀਜ਼ਾਂ ਸਾਨੂੰ ਇਹਦੇ 'ਚ ਰੋਕਦੀਆਂ ਨੇ ਉਹ ਸਾਨੂੰ ਪਿਛੋਕੜ ਵਾਲੇ ਪਾਸੇ ਨੂੰ ਜਾ ਰਹੀਆਂ ਨੇ, ਪਿੱਛਿਆਂ ਨੂੰ ਲਿਜਾਂਦੀਆਂ ਨੇ। ਦੂਜਾ ਬੇਟਾ ਅਸੀਂ ਪੜ੍ਹਿਆ ਰੈਨੇਸਾਂ, ਜਿਹਨੇ ਬੰਦੇ ਨੂੰ ਸਾਇੰਟੀਫਿਕ ਢੰਗ ਦੇ ਨਾਲ ਸੋਚਣ ਦੇ ਉੱਤੇ ਲਾ ਦਿੱਤਾ। ਉਹ ਅਸੀਂ ਸਾਰੇ ਡਿਟੇਲ ਪੜ੍ਹੀ ਹੈ, ਤੁਸੀਂ ਸਮਝਦੇ ਹੋ। ਤੀਸਰਾ ਉਹਦੇ ਅਗਲਾ ਪਾਰਟ ਅਸੀਂ ਪੜ੍ਹਿਆ ਰੈਫਰਮੇਸ਼ਨ, ਜਿਹਨੇ ਧਰਮ ਦੇ ਅੰਦਰ ਕਿਹਾ ਵੀ ਪਖੰਡ ਬੰਦ ਹੋਣ, ਅੰਧ ਵਿਸ਼ਵਾਸ ਬੰਦ ਹੋਣ, ਸੱਚਾਈ ਸਾਹਮਣੇ ਆਏ ਔਰ ਸਹੀ ਰਸਤੇ ਤੇ ਚੱਲ ਕੇ ਮਨੁੱਖ ਕਿੱਦਾਂ ਆਪਣੇ ਆਪ ਨੂੰ ਬਿਹਤਰ ਬਣਾ ਸਕਦਾ ਹੈ, ਸਮਾਜ ਨੂੰ ਬਿਹਤਰ ਬਣਾ ਸਕਦਾ, ਇਹਦਾ ਉਪਰਾਲਾ ਕੀਤਾ ਜਾਏ। ਇਹਦੇ ਵਿੱਚ ਹੀ ਚੌਥੀ ਗੱਲ ਆ ਗਈ ਬੇਟਾ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਫਿਊਡਲ ਇਕਨੋਮੀ ਟੁੱਟੀ, ਕਿਉਂਕਿ ਅਸੀਂ ਪੜ੍ਹਿਆ ਕਿ ਰਾਸ਼ਟਰਵਾਦ ਉਭਰਿਆ, ਰਾਜਿਆਂ ਦੇ ਹੱਥਾਂ 'ਚ ਤਾਕਤਾਂ ਵਧੀਆਂ, ਮਟੀਰੀਅਲਿਸਟਿਕ ਆਊਟਲੁੱਕ ਵੀ ਵਧੀ, ਭੌਤਿਕਵਾਦ ਵੀ ਵਧਿਆ। ਕਿਉਂਕਿ ਜਦੋਂ ਇਕਨੋਮੀ ਵੱਧਦੀ ਹੈ, ਖੁਸ਼ਹਾਲੀ ਵੱਧਦੀ ਹੈ ਤਾਂ ਭੌਤਿਕਵਾਦ ਨੇ ਵਧਣਾ ਹੀ ਵਧਣਾ। ਜਿਹਦੇ ਕੋਲੇ ਸਕੂਟਰ ਉਹਨੇ ਕਾਰ ਲੈਣੀ ਲੈਣੀ, ਜਿਹਦੇ ਕੋਲੇ ਕਾਰ ਆਉਣ ਦੀ ਸਮਰੱਥਾਵਾਂ ਬਹੁਤ ਜ਼ਿਆਦਾ ਹੋ ਗਈਆਂ, ਹਵਾਈ ਜਹਾਜ਼ ਵੀ ਖਰੀਦੂਗਾ। To make more comfort is always the aim and mission of human life. But ਉਹ ਏਮ ਦੇ ਵਿੱਚ ਅਸੀਂ ਆਪਣਾ ਜਿਹੜਾ ਅੰਦਰੂਨੀ ਵਿਕਾਸ ਆ ਕਿਤੇ ਉਹ ਨਾ ਭੁੱਲ ਜਾਈਏ। That is the only need. ਨਹੀਂ ਤਾਂ ਸ਼ੁਰੂ ਦੇ ਵਿੱਚ ਦੇਖੋ ਬੰਦਾ ਜੰਗਲਾਂ 'ਚ ਸੀਗਾ, ਲੱਕੜਾਂ ਕੱਟਦਾ ਸੀ, ਉਹਨੇ ਖੇਤੀ ਸ਼ੁਰੂ ਕੀਤੀ। ਕਿਉਂ ਕੀਤੀ? ਤਾਂ ਕਿ ਜ਼ਿੰਦਗੀ ਸੌਖੀ ਹੋਵੇ। ਪਾਣੀ ਦੇ ਕੰਢਿਆਂ ਤੇ ਸ਼ੁਰੂ ਕੀਤੀ ਕਿਉਂਕਿ ਪਾਣੀ ਆਸਾਨੀ ਨਾਲ ਮਿਲੇ। तो सुख और सुविधावां दी इच्छा रखना और उन्होंने पूरा करना ये मानव जाति का हमेशा ही उद्देश्य रहा है और हमेशा ही रहेगा। लेकिन की असी उहदे विच अपने मानव जाति का किते नुकसान तो नहीं कर रहे, इसका ध्यान च रखने की लोड़ है। उन्होंने बैलेंस कर रहे हैं कि नुकसान कर रहे हैं।
ਨੈਕਸਟ ਇਹਦਾ ਬੇਟਾ ਕਿ ਉਹਦੇ ਨਾਲ ਫਿਰ ਜੜ੍ਹਾਂ ਕਿੱਥੇ ਬਣੀਆਂ, ਕਿਉਂਕਿ ਰੈਨੇਸਾਂਸ ਤੋਂ ਬਾਅਦ ਉਹਦੀਆਂ ਜੜ੍ਹਾਂ ਬਣੀਆਂ ਬੇਟਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਾਇੰਟੀਫਿਕ ਆਊਟਲੁੱਕ। ਉਹਦੇ 3 ਹਿੱਸੇ ਨੇ ਸਾਇੰਟੀਫਿਕ ਆਊਟਲੁੱਕ ਦੇ। ਨੰਬਰ 1, ਇਟਲੀ ਦੇ ਅੰਦਰੋਂ ਰੈਨੇਸਾਂਸ ਸ਼ੁਰੂ ਹੋਈ, ਰੀਅਲਿਸਟਿਕ ਆਰਟ। ਜਿਵੇਂ ਰੀਅਲਿਸਟਿਕ ਆਰਟ ਦਾ ਮਤਲਬ ਕੀ ਹੁੰਦਾ ਕਿ ਬੇਟਾ ਤੁਸੀਂ ਕਈ ਵਾਰੀ ਕੋਈ ਪੇਂਟਿੰਗ ਦੇਖਦੇ ਹੋ ਤਾਂ ਤੁਸੀਂ ਕਹਿੰਦੇ ਹੋ ਪੇਂਟਿੰਗ ਦੇਖ ਕੇ ਵੀ ਆਹ ਤਾਂ ਐਂ ਲੱਗਦੀ ਹੈ ਵੀ ਜਿਵੇਂ ਜਿੰਦਾ ਜਾਗਦੀ ਬੋਲਦੀ ਹੋਵੇ। ਉਹ ਕਿਉਂ ਲੱਗਦੀ ਹੈ? ਕਿਉਂਕਿ ਉਹਦੇ ਐਕਸਪ੍ਰੈਸ਼ਨਸ ਇੰਨੀ ਬਰੀਕੀ ਨਾਲ ਬਣਾਏ ਜਾਂਦੇ ਆ ਕਿ ਉਹ ਐਂ ਲੱਗਦਾ ਕਿ ਇਹ ਬਿਲਕੁਲ ਜਿੰਦੀ ਜਾਗਦੀ ਤਸਵੀਰ ਸਾਡੇ ਸਾਹਮਣੇ ਖੜੀ ਹੈ। ਮੂਰਤੀ ਕਈ ਵਾਰੀ ਐਸੀ ਹੁੰਦੀ ਐਂ ਲੱਗਦਾ ਵੀ ਜਿੰਦੀ ਜਾਗਦੀ ਖੜੀ। ਤੁਸੀਂ ਕੱਪੜੇ ਦੀਆਂ ਦੁਕਾਨਾਂ ਤੇ ਜਾਓ ਤੇ ਉਹਨਾਂ ਨੇ ਉਹ ਬਾਹਰ ਲਾਏ ਹੁੰਦੇ ਨਾ ਸਟੈਚੂ ਕੱਪੜੇ ਪਾ ਕੇ, ਤੇ ਕਈ ਵਾਰੀ ਬੰਦੇ ਨੂੰ ਭੁਲੇਖਾ ਲੱਗਦਾ ਵੀ ਕਿਤੇ ਅਸਲੀਅਤ 'ਚ ਤਾਂ ਨਹੀਂ ਖੜਾ। ਕਿਉਂ ਲੱਗਦਾ? ਕਿਉਂਕਿ ਉਹਦੇ ਐਕਸਪ੍ਰੈਸ਼ਨਸ, ਉਹਦੀ ਜਿਹੜੀ ਫਿਗਰ ਹੈ, ਉਹਦੀ ਜਿਹੜੀ ਬਨਾਵਟ ਹੈ, ਔਰ ਉਹਦੇ ਉੱਤੇ ਜਿਹੜੀ ਡਰੈਸ ਨੂੰ ਪਹਿਨਾਉਣ ਦੀ ਕਲਾ ਹੈ, ਉਹ ਇੰਨੀ ਖੂਬਸੂਰਤੀ ਨਾਲ ਕੀਤੀ ਹੁੰਦੀ ਹੈ ਬੰਦੇ ਨੂੰ ਲੱਗਦਾ ਕਿ ਅਸਲੀ ਹੋਈ ਹੈ। ਦਿਸ ਇਜ਼ ਅ ਰੀਅਲਿਸਟਿਕ ਆਰਟ ਕਿ ਵੈਨ ਯੂ ਐਕਸੈਪਟ ਐਂਡ ਵੈਨ ਯੂ ਐਡਮਿਟ ਐਂਡ ਵੈਨ ਯੂ ਫੀਲ that this is the actual thing। ਜਿਵੇਂ ਮੈਂ ਕਈ ਵਾਰੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਬੇਟਾ ਜਦੋਂ ਤੁਸੀਂ ਇੱਦਾਂ ਹੱਥ ਸਿੱਧੇ ਕਰੋ ਤਾਂ ਤੁਸੀਂ ਧਿਆਨ ਦੇ ਨਾਲ ਦੇਖੋਗੇ, ਨੋਰਮਲੀ ਰਿਲੈਕਸ ਕਰਕੇ ਹੱਥ ਇੱਦਾਂ ਕਰੋਗੇ ਤਾਂ ਤੁਹਾਡੇ ਜਿਹੜੀਆਂ ਉਂਗਲੀਆਂ ਨੇ ਉਹ ਥੋੜ੍ਹੀ ਜਿਹੀਆਂ ਅੱਗੇ ਨੂੰ ਝੁਕੀਆਂ ਹੋਣਗੀਆਂ। ਚੈੱਕ ਕਰ ਲਓ, ਹੱਥ ਇੱਦਾਂ ਸਿੱਧਾ ਰੱਖ ਕੇ ਰਿਲੈਕਸ, ਖਿੱਚਣਾ ਨਹੀਂ। ਜਦੋਂ ਖਿੱਚੋਗੇ ਫਿਰ ਸਿੱਧੀਆਂ ਹੋਣਗੀਆਂ। ਇਹਦਾ ਮਤਲਬ ਜਦੋਂ ਅਸੀਂ ਕੋਈ ਪੇਂਟਿੰਗ ਜਾਂ ਸਟੈਚੂ ਬਣਾਵਾਂਗੇ ਰਿਲੈਕਸ ਵੇ ਦੇ ਵਿੱਚ ਤਾਂ ਉਹ ਹੱਥਾਂ ਦੀ ਪੋਜੀਸ਼ਨ ਸਿੱਧੀ ਨਹੀਂ ਰੱਖਾਂਗੇ, ਉਹ ਥੋੜੀ ਜਿਹੀ ਨੈਚੁਰਲ ਵੇ 'ਚ ਰੱਖਾਂਗੇ ਤਾਂ ਰੀਅਲਿਸਟਿਕ ਲੱਗੇਗੀ। ਇੱਦਾਂ ਉਹਦੀਆਂ ਰੇਖਾਵਾਂ ਜਿਹੜੀਆਂ ਸਾਨੂੰ ਸਪਸ਼ਟ ਨਜ਼ਰ ਆਉਂਦੀਆਂ ਹੋਣ ਤੇ ਉਹ ਅਸਲੀਅਤ ਵਾਲੇ, ਤਾਂ ਉਹਨਾਂ ਨੇ ਉਹ ਕਿਹਾ ਵੀ ਅਸਲੀਅਤ ਵਾਲੇ ਪਾਸੇ ਨੂੰ ਜਾਣਾ ਹੈ, ਰੀਅਲਿਸਟਿਕ ਆਰਟ 'ਚ ਜਾਣਾ ਹੈ। ਨਾਟ ਓਨਲੀ ਫਿਜ਼ੀਕਲੀ, ਈਵਨ ਮੈਂਟਲੀ, ਈਵਨ ਸਾਈਕੋਲੋਜੀਕਲੀ ਵੀ, ਕਿ ਬੰਦਾ ਅਸਲੀਅਤ ਵਿੱਚ ਸੋਚਦਾ ਕੀ ਹੈ। ਅਸੀਂ ਕਈ ਵਾਰੀ ਉਹ ਨਹੀਂ ਹੁੰਦਾ ਕਿ ਜੋ ਅਸੀਂ ਕਹਿੰਦੇ ਆ, ਅਸੀਂ ਕਹਿੰਦੇ ਕਈ ਵਾਰੀ ਹੋਰ ਆ, ਹੁੰਦਾ ਐਕਚੁਅਲੀ ਕੁਝ ਹੋਰ ਹੈ। ਅਸੀਂ ਸਾਰੇ ਸਮਝਦੇ ਹਾਂ ਕਿ ਸਾਡੇ ਮਨ ਦੇ ਵਿੱਚ ਕੁਝ ਹੋਰ ਹੁੰਦਾ, ਲੇਕਿਨ ਅਸੀਂ ਕਹਿੰਦੇ ਕੁਝ ਹੋਰ ਆ। ਸਾਨੂੰ ਕੋਈ ਦੋਸਤ ਮਿੱਤਰ ਮਿਲ ਜੇ, ਅਸੀਂ ਕਹਿੰਦੇ ਲੈ ਵੀ ਲੈ ਮੈਂ ਤਾਂ ਤੇਰਾ ਭਲਾ ਹੀ ਬੜਾ ਚਾਹੁੰਦਾ, ਅੰਦਰੋਂ ਚਾਹੁੰਦੇ ਹੁੰਦੇ ਵੀ ਇਹਦਾ ਬੇੜਾ ਗਰਕ ਹੋ ਜਾਏ। ਸੋ ਵਾਈ ਦੈਟ ਇਜ਼ ਹੈਪਨਿੰਗ। ਸਵਾਲ ਇਹ ਨਹੀਂ ਹੈ ਕਿ ਅਸੀਂ ਸੋਚਦੇ ਕੀ ਆ, ਸਵਾਲ ਇਹ ਵੀ ਕਿਉਂ ਸੋਚਦੇ ਆ, ਉਹਦੇ ਪਿੱਛੇ ਸਾਈਕੋਲੋਜੀ ਕੀ ਹੈ, ਔਰ ਉਹਨੂੰ ਡਿਪਿਕਟ ਕਰਨਾ। ਜੇ ਬੰਦੇ ਸਾਰੇ ਇੰਨੇ ਸੱਚੇ ਸੁੱਚੇ ਹੋਣ ਤਾਂ ਬੇਟਾ ਦੁਨੀਆ ਦੇ ਵਿੱਚ ਇੰਨੀਆਂ ਲੜਾਈਆਂ, ਇੰਨੀਆਂ ਜੰਗਾਂ ਕਿਉਂ ਹੋਣ? ਇਟ ਮੀਨਸ ਦੇਅਰ ਇਜ਼ ਉਹਨੂੰ ਕਹਿੰਦੇ ਰੀਅਲਿਸਟਿਕ ਆਰਟ ਦੇ ਵਿੱਚ ਡਿਪਿਕਟ ਕਰਨਾ। ਇਹ ਇਟਲੀ 'ਚ ਹੋਇਆ। ਜਰਮਨੀ 'ਚ ਕੀ ਹੋਇਆ? ਖੁਦਾਈ, ਮਟੀਰੀਅਲਿਸਟਿਕ ਮਾਈਨਸ, ਨਵੀਆਂ ਮੈਟਲਰਜੀ ਹੁੰਦੀ ਹੈ ਬੇਟਾ, 2-2 3-3 ਐਲੀਮੈਂਟਸ ਨੂੰ ਬਣਾ ਕੇ ਇੱਕ ਨਵੀਂ ਐਲੀਮੈਂਟ ਬਣਾਉਣਾ। ਤੁਸੀਂ ਇੱਕ ਨਾਮ ਸੁਣਿਆ ਹੋਣਾ ਬੇਟਾ, ਸੋਨਾ। ਸੋਨੇ ਦਾ ਗਹਿਣਾ ਜਦੋਂ ਅਸੀਂ ਬਣਾਉਂਦੇ ਆ, ਤੁਸੀਂ ਸਾਰਿਆਂ ਦੇ ਬਣਾਏ ਹੋਣੇ ਆ, ਪਾਏ ਵੀ ਹੋਣੇ। ਸੁਨਿਆਰੇ ਕੋਲੇ ਗਏ ਹੋ ਕਦੇ? ਯੈਸ ਔਰ ਨੋ ਬੋਲੋ। ਜਦੋਂ ਸੁਨਿਆਰੇ ਕੋਲੇ ਜਾਓਗੇ, ਜਾਂ ਹੁਣ ਧਿਆਨ ਨਾਲ ਸੁਣਿਓ, ਜਦੋਂ ਜਾਓਗੇ ਉਹਨੂੰ ਕਿ ਕੋਈ ਵੀ ਚੀਜ਼ ਬਣਾਓਗੇ ਤਾਂ ਉਹ ਤੁਹਾਨੂੰ ਕੀ ਕਹੇਗਾ ਕਿ ਜਿਹੜਾ ਇਹਦਾ ਟਾਂਕਾ ਹੈ, ਟਾਂਕਾ ਹੁੰਦਾ ਨਾ ਜੋੜ, ਉਹ 18 ਕੈਰਟ ਦਾ ਹੈ। ਤੁਸੀਂ ਕਹੋਗੇ ਵੀ ਨਹੀਂ ਮੈਂ ਤਾਂ ਆਪਣੀ ਬਾਲੀ ਜਾਂ ਜੋ ਵੀ ਮੇਰਾ ਚੇਨ ਹੈ ਮੈਂ ਤਾਂ 24 ਕੈਰਟ ਦੀ ਬਣਾਉਣੀ ਹੈ ਜੀ। ਉਹ ਕਹੇਗਾ ਨਹੀਂ ਭੈਣ ਜੀ ਜਾਂ ਦੀਦੀ ਕਹਿ ਕੇ ਵੀ ਨਹੀਂ ਇਹ 24 ਦੀ ਹੋਈ ਹੈ, ਲੇਕਿਨ ਜਿਹੜਾ ਜੋੜ ਹੈ ਉਹ 18 ਦਾ ਹੈ। ਤੁਸੀਂ ਕਹੋਗੇ ਤੂੰ ਸਾਡੇ ਨਾਲ ਧੋਖਾ ਕਰਦਾ? ਉਹ ਕਹਿੰਦਾ ਨਹੀਂ, ਧੋਖਾ ਨਹੀਂ ਕਰਦਾ, ਕਿਉਂਕਿ ਜੇ ਮੈਂ ਸ਼ੁੱਧ ਸੋਨੇ ਦੀ 24 ਕੈਰਟ ਦੀ ਬਣਾਉਂਗਾ ਤਾਂ ਉਹਦੀ ਮਜ਼ਬੂਤੀ ਨਹੀਂ ਹੋਣੀ। ਇਸ ਕਰਕੇ ਜਿੱਥੇ ਜੋੜ ਹੈ ਉੱਥੇ ਮੈਂ ਸੋਨੇ ਦੇ ਨਾਲ ਦੂਜੀ ਮੈਟਲ ਜੋੜੂੰਗਾ। 18 ਕੈਰਟ ਸੋਨਾ ਹੋਊਗਾ, ਵਿੱਚੋਂ ਬਾਕੀ ਦੂਜੀ ਮੈਟਲ ਹੋਏਗੀ ਤੇ ਜੋੜ ਮਜ਼ਬੂਤ ਹੋਏਗਾ। ਤੇ ਜੋੜ ਤੋਂ ਹੀ ਟੁੱਟਣਾ, ਦੂਜੇ ਤੋਂ ਤਾਂ ਸੋਨਾ ਛੇਤੀ ਟੁੱਟਣਾ ਨਹੀਂ। ਇਹ ਚੈੱਕ ਕਰੀਏ, ਇਹਨੂੰ ਕਹਿੰਦੇ ਮੈਟਲਰਜੀ। ਦੋ ਧਾਤੂਆਂ ਨੂੰ ਮਿਕਸ ਕਰਕੇ ਇੱਕ ਨਵੀਂ ਧਾਤੂ ਨੂੰ ਬਣਾਉਣ ਦੀ ਕਲਾ, ਜਿਹਦੇ ਨਾਲ ਸਟਰੈਂਥ ਵਧੇ। ਐਦਾਂ ਹੀ ਬੇਟਾ ਇੱਕ ਧਾਤੂ ਹੁੰਦੀ ਹੈ ਤਾਂਬਾ, ਜਿਹੜੀ ਬਿਜਲੀ ਦੀਆਂ ਤਾਰਾਂ 'ਚ। ਇੱਕ ਹੁੰਦਾ ਟੀਨ, ਪਤਾ ਨਾ ਟੀਨ, ਜਿਹਦੇ ਪੀਪੇ ਹੁੰਦੇ ਨੇ ਆਮ, ਟੀਨ ਦੇ ਪੀਪੇ। ਇਹਨਾਂ ਨੂੰ ਮਿਲਾ ਕੇ ਨਵੀਆਂ ਧਾਤੂਆਂ ਬਣਦੀਆਂ।
ਜਿਹੜਾ ਪਿੱਤਲ ਹੈ ਉਹ ਜ਼ਿਆਦਾ ਸਟਰੋਂਗ ਹੁੰਦਾ ਕਿ ਤਾਂਬਾ? ਪਿੱਤਲ ਜ਼ਿਆਦਾ ਸਟਰੋਂਗ ਹੁੰਦਾ ਕਿਉਂਕਿ ਉਹਨੂੰ ਮਿਲਾ ਕੇ ਬਣਦਾ ਹੈ। ਇਸ ਕਰਕੇ ਧਾਤੂਆਂ ਨੂੰ ਮਿਕਸ ਕੀਤਾ ਜਾਂਦਾ ਹੈ, ਉਹਨੂੰ ਕਹਿੰਦੇ ਆ ਮੈਟਲਰਜੀ। ਉਹ ਮਿਕਸ ਕਰਨ ਦੀ ਕਲਾ ਕਿੱਥੋਂ ਆਉਂਦੀ ਹੈ? ਸਾਇੰਟੀਫਿਕਲੀ, ਵੀ ਕਿਹੜੀ ਧਾਤੂ ਦੀ ਕਿੰਨੀ क्षमता ਹੈ। ਜਿਵੇਂ ਬੇਟਾ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਓ, ਤੁਸੀਂ ਪਾਣੀ ਨੂੰ ਉਬਲਣਾ ਰੱਖ ਦਿਓ ਤੇ 10-15 ਮਿੰਟ ਬਾਅਦ ਉਬਲ ਜਾਂਦਾ। ਪਤੀਲੇ ਦੇ ਵਿੱਚ ਇੱਕ ਲੋਹੇ ਦਾ ਬੱਟਾ ਰੱਖ ਦਿਓ ਔਰ ਉਹਨੂੰ ਕਹੋ ਵੀ ਇਹਨੂੰ ਗਰਮ ਕਰੋ, ਉਹ ਗਰਮ ਹੋਊਗਾ, ਪਿਘਲੂਗਾ ਨਹੀਂ। ਕਿਉਂਕਿ ਪਾਣੀ ਨੂੰ ਉਬਲਣ ਦੇ ਲਈ 100 ਡਿਗਰੀ ਟੈਂਪਰੇਚਰ ਕਾਫੀ ਹੈ। ਉਹਨੇ 100 ਡਿਗਰੀ ਤੇ ਜਾ ਕੇ ਉਬਲਣਾ ਸ਼ੁਰੂ ਕਰ ਦੇਣਾ ਹੈ, ਗੈਸ ਬਣ ਜਾਣੀ।